ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਰਾਜਨੀਤੀ ਸ਼ਾਸਤਰ ਪੋਲੀਟੀਕਲ ਸਾਇੰਸ +2 ਦੇ ਅਗਲੇ ਲੈਕਚਰ 'ਚ। ਲਾਸਟ ਵੀਡੀਓਜ਼ ਸੀਗੀਆਂ ਸੰਸਦ ਦੀ ਪ੍ਰਣਾਲੀ ਦਾ ਨਮੂਨਾ। ਲਾਸਟ ਵੀਡੀਓ ਸੀ, ਤੁਸੀਂ ਉਹ ਵੇਖ ਲਿਆ ਹੋਣਾ ਤੇ ਉਮੀਦ ਹੈ ਕਿ ਪਸੰਦ ਆਇਆ ਤੁਹਾਨੂੰ। ਤੇ ਇਹ ਵੀਡੀਓ ਹੈ ਆਪਣੇ ਅਗਲੇ ਚੈਪਟਰ ਤੇ ਪਾਰਟ B ਤੋਂ ਵਿੱਚੋਂ ਹੀ ਇਹ ਚੈਪਟਰ ਹੈ। ਲੈਸਨ ਦੂਸਰਾ ਹੈ ਤੇ ਇਹਦਾ ਨਾਮ ਹੈ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਲੋਕਤੰਤਰ ਦਾ ਭਵਿੱਖ। ਦੋਸਤੋ, ਲੋਕਤੰਤਰ ਨੂੰ ਪੜ੍ਹਨ ਤੋਂ ਪਹਿਲਾਂ ਇਹਦਾ ਭਵਿੱਖ ਔਰ ਚੈਲੰਜਿਸ ਪੜ੍ਹਨ ਤੋਂ ਪਹਿਲਾਂ ਸਾਡੇ ਭਾਰਤੀ ਲੋਕਤੰਤਰ ਦਾ ਸਭ ਤੋਂ ਪਹਿਲਾਂ ਜੋ ਚੀਜ਼ ਹੈ ਤੁਹਾਨੂੰ ਕਲੀਅਰ ਹੋਣਾ ਚਾਹੀਦਾ, ਉਹ ਹੈ ਲੋਕਤੰਤਰ। ਵਰਤਮਾਨ ਯੁੱਗ ਲੋਕਤੰਤਰ ਦਾ ਯੁੱਗ ਹੈ, ਇਹ 'ਚ ਕੋਈ ਸ਼ੱਕ ਨਹੀਂ। ਭੂਮਿਕਾ 'ਚ ਦੇਖੋ ਪਹਿਲੇ ਲਾਈਨ 'ਚ ਮੈਨਸ਼ਨਡ ਹੈ। ਪਰ ਲੋਕਤੰਤਰ ਇਟਸੈਲਫ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ, ਲੋਕ ਤੇ ਤੰਤਰ। ਤੰਤਰ ਮਤਲਬ ਸਿਸਟਮ, ਪ੍ਰਣਾਲੀ, ਤੇ ਲੋਕ ਮਤਲਬ ਲੋਕ, ਆਮ ਲੋਕ। ਤੇ ਅੱਜ ਦਾ ਜਿਹੜਾ ਤੰਤਰ ਹੈ, ਅੱਜ ਦਾ ਜਿਹੜਾ ਸਿਸਟਮ ਹੈ ਰਾਜਨੀਤਿਕ ਪ੍ਰਣਾਲੀ ਦਾ, ਇਹ ਲੋਕਾਂ ਦਾ ਤੰਤਰ ਹੈ। ਇਸ ਦੇ ਵਿੱਚ ਲੋਕ ਹੀ ਸਰਕਾਰ ਨੂੰ ਚੁਣਦੇ ਆ ਤੇ ਸਰਕਾਰ 'ਚ ਬੈਠੇ ਲੋਕ ਹੀ ਆਮ ਲੋਕਾਂ ਦੇ ਲਈ ਕੰਮ ਕਰਦੇ ਆ ਤੇ ਲੋਕਾਂ ਦੁਆਰਾ ਲੋਕਾਂ ਲਈ ਹੀ ਸਰਕਾਰ ਹੈ। ਤੇ ਅੱਜ ਅਸੀਂ ਜੇ ਗੱਲ ਕਰੀਏ ਤਾਂ ਸੰਸਾਰ ਦੇ ਵਧੇਰੇ ਭਾਗ ਵਿੱਚ ਲੋਕਤੰਤਰੀ ਸਰਕਾਰ ਕਾਇਮ ਹੈ। ਜਿਨ੍ਹਾਂ ਦੇਸ਼ ਵਿੱਚ ਸਿੱਧੇ ਤੌਰ 'ਤੇ ਲੋਕਤੰਤਰ ਨਹੀਂ ਹੈ, ਉਹ ਵੀ ਆਪਣੇ ਆਪ ਨੂੰ ਲੋਕਤੰਤਰ ਆਖਦੇ ਹਨ। ਸਾਡੇ ਦੇਸ਼ ਭਾਰਤ ਵਿੱਚ ਲੋਕਤੰਤਰੀ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ ਤੇ ਆਜ਼ਾਦੀ ਦੇ ਬਾਅਦ ਤੋਂ ਵੀ ਸਫਲਤਾਪੂਰਵਕ ਇਹ ਕੰਮ ਕਰਦੀ ਪਈ ਹੈ। ਤੇ ਇਸ ਦੀ ਚੁਣੌਤੀਆਂ ਬਾਰੇ ਪੜ੍ਹਾਂਗੇ ਅਸੀਂ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀ ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਆਦਿ ਦੇਸ਼ਾਂ ਵਿੱਚ ਵੀ ਲੋਕਤੰਤਰ ਹੀ ਕੰਮ ਕਰ ਰਹੀ, ਲੋਕਤੰਤਰੀ ਪ੍ਰਣਾਲੀ ਹੀ ਕੰਮ ਕਰ ਰਹੀ। ਪਰ ਹਰ ਇੱਕ ਦੇਸ਼ ਦਾ ਆਪਣਾ ਇੱਕ ਸਿਸਟਮ ਹੈ ਤੇ ਪਰ ਇਹਨਾਂ ਦੇਸ਼ਾਂ 'ਚੋਂ ਕਾਫੀ ਲੋਕਤੰਤਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਕਿਸੇ ਦੇਸ਼ ਦੇ ਵਿੱਚ ਲੋਕਤੰਤਰ ਕਿਸ ਹਿਸਾਬ ਨਾਲ ਕੰਮ ਕਰ ਰਹੀ ਹੈ, ਇਹ ਕਾਫੀ ਹੱਦ ਤੱਕ ਡਿਪੈਂਡ ਕਰਦਾ ਹੈ ਉੱਥੇ ਦੀ ਸਮਾਜਿਕ, ਰਾਜਨੀਤਿਕ, ਆਰਥਿਕ ਸਿਸਟਮ 'ਤੇ। ਉਹ ਕਿਉਂਕਿ ਇਹ ਸਾਰੀ ਚੀਜ਼ਾਂ ਜਿਹੜੀ ਹੈ ਰਾਜਨੀਤੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਲਈ ਰਾਜਨੀਤਿਕ ਸਥਿਤੀਆਂ ਜਿਹੜੀਆਂ ਅਲੱਗ-ਅਲੱਗ ਦੇਸ਼ਾਂ ਦੀਆਂ ਅਲੱਗ-ਅਲੱਗ ਹੁੰਦੀਆਂ ਹਨ ਤੇ ਅਲੱਗ-ਅਲੱਗ ਦੇਸ਼ ਦੇ ਵਿੱਚ ਕਿਸ ਤਰ੍ਹਾਂ ਲੋਕਤੰਤਰ ਕੰਮ ਕਰਦਾ ਪਿਆ ਹੈ, ਇਹਦਾ ਵੀ ਨਮੂਨਾ ਡਿਫਰੈਂਟ ਹੁੰਦਾ ਹੈ। ਤੇ ਇਸ ਤੋਂ ਪਹਿਲਾਂ ਕਿ ਅਸੀਂ ਸਮੱਸਿਆਵਾਂ ਅਤੇ ਚੁਣੌਤੀਆਂ ਦੀ ਗੱਲ ਕਰੀਏ, ਸਾਨੂੰ ਸਾਡੇ ਲੋਕਤੰਤਰ ਦੀ ਵਿਸ਼ੇਸ਼ਤਾਵਾਂ ਦਾ ਪਤਾ ਹੋਣਾ ਚਾਹੀਦਾ। ਬਰੀਫ 'ਚ ਦੇਖ ਲੈਂਦੇ ਕਿ ਵੀ ਭਾਰਤੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਕੀ ਹੈ। ਭਾਰਤੀ ਲੋਕਤੰਤਰ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਸ਼ਕਤੀ ਦਾ ਜਿਹੜਾ ਸੋਮਾ ਹੈ ਲੋਕ ਹਨ, ਯਾਨੀ ਕਿ ਸ਼ਕਤੀ ਕਿਹਨਾਂ ਕੋਲ ਹੈ? ਲੋਕਾਂ ਕੋਲ ਹੈ। ਜੇ ਸੰਵਿਧਾਨ ਦੀ ਗੱਲ ਕਰਦੇ ਤਾਂ ਸੰਵਿਧਾਨ ਸ਼ੁਰੂ ਹੀ ਹੁੰਦਾ ਹੈ ਵੀ ਦਾ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ ਤੋਂ, ਤੇ ਖਤਮ ਹੁੰਦਾ ਹੈ ਕਿ ਸੰਵਿਧਾਨ ਨੂੰ ਅਸੀਂ ਸਵੀਕਾਰ ਕਰਦੇ ਹਾਂ, ਆਤਮ ਨਿਯਮਿਤ ਕਰਦੇ ਹਾਂ ਤੇ ਆਤਮ ਅਰਪਿਤ ਕਰਦੇ ਹਾਂ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇੰਗਲਿਸ਼ ਦੇ ਵਿੱਚ ਕਿ ਵੀ ਦਾ ਪੀਪਲ ਆਫ ਇੰਡੀਆ, ਔਰ ਐਟ ਦਾ ਐਂਡ ਆਉਂਦਾ ਹੈ ਕਿ ਵੀ ਇਸ ਡੇਟ ਨੂੰ ਜਿਹੜਾ ਦਿੱਤਾ ਹੋਇਆ ਨਵੰਬਰ 26, 1949 ਦੇ ਵਿੱਚ ਕੀ ਕਰਦੇ ਹਾਂ, ਡੂ ਹੇਅਰ ਬਾਏ ਅਡਾਪਟ, ਐਨੈਕਟ ਐਂਡ ਗਿਵ ਟੂ ਆਵਰ ਸੈਲਫ ਦਿਸ ਕੌਂਸਟੀਟਿਊਸ਼ਨ। ਤੇ ਇਹ ਸ਼ਕਤੀ ਦਾ ਸੋਮਾ ਕੌਣ ਹਨ? ਲੋਕ ਹਨ। ਤੇ ਅਗਲਾ ਹੈ ਕਿ ਵੀ ਸਰਵਜਨਕ ਬਾਲਗ ਮਤ ਅਧਿਕਾਰ। ਇਸ ਦਾ ਮਤਲਬ ਹੈ ਕਿ ਸਾਰਿਆਂ ਨੂੰ ਜਿਹੜੇ 18 ਸਾਲ ਇੱਥੇ ਬਾਲਗ ਹੋਣ ਦੀ ਉਮਰ ਹੈ, ਜਿਹੜੇ 18 ਸਾਲ ਤੋਂ ਉੱਪਰ ਹੋ ਗਏ, ਉਹਨਾਂ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਬਿਨਾਂ ਕਿਸੇ ਭੇਦਭਾਵ ਦੇ। ਜਾਤੀ, ਲਿੰਗ, ਨਸਲ, ਧਰਮ, ਰੰਗ ਭੇਦ ਕੁਛ ਨਹੀਂ ਹੁੰਦਾ, ਸਭ ਨੂੰ ਅਧਿਕਾਰ ਹੈ। ਕਲੀਅਰ ਹੈ ਪੁਆਇੰਟ? ਅੱਗੇ ਚੱਲਦੇ। ਨਿਰਪੱਖ ਪਾਰਦਰਸ਼ੀ ਚੋਣਾਂ ਲਈ ਚੋਣ ਆਯੋਗ ਹੈ ਸਾਡੇ ਦੇਸ਼ ਦੇ ਵਿੱਚ। ਚੋਣ ਆਯੋਗ ਦੀ ਵਿਵਸਥਾ ਕੀਤੀ ਗਈ ਹੈ ਸੰਵਿਧਾਨ ਦੇ ਦੁਆਰਾ ਤੇ ਉਹ ਇਸ ਨੂੰ ਨਿਰਪੱਖ ਰੂਪ ਦੇ ਵਿੱਚ ਚੋਣ ਕਰਵਾਉਂਦੀ ਹੈ। ਉਸ ਤੋਂ ਬਾਅਦ ਸਾਡੇ ਦੇਸ਼ ਦਾ ਕੀ ਹੈ? ਲਿਖਤੀ ਸੰਵਿਧਾਨ। ਸਾਨੂੰ ਪਤਾ ਹੈ ਕਿ ਵੀ ਸਾਡੇ ਦੇਸ਼ ਦੇ ਜਦੋਂ ਸ਼ੁਰੂ ਹੋਇਆ ਸੀ 22 ਪਾਰਟ ਸੰਵਿਧਾਨ ਦੇ 8 ਸ਼ਡਿਊਲ ਸੀਗੀਆਂ ਤੇ 395 ਆਰਟੀਕਲ ਸੀਗੇ, ਜੋ ਕਿ ਹੁਣ ਵੱਧ ਕੇ ਸਭ ਆਰਟੀਕਲਸ ਔਰ ਸਬ ਪਾਰਟਸ ਮਿਲਾ ਕੇ ਵੱਧ ਗਏ, ਹੁਣ 12 ਸ਼ਡਿਊਲ ਹੋ ਗਿਆ ਹੈ ਤੇ ਸਬ ਪਾਰਟਸ ਮਿਲਾ ਕੇ 25 ਪਾਰਟਸ ਹੋ ਗਏ ਹਨ ਤੇ 450 ਦੇ ਕਰੀਬ ਸਬ ਆਰਟੀਕਲਸ ਵਗੈਰਾ ਮਿਲਾ ਕੇ ਆਰਟੀਕਲਸ ਹੋ ਗਏ ਨੇ, ਧਾਰਾਵਾਂ ਹੋ ਗਈਆਂ ਸੰਵਿਧਾਨ ਦੇ ਵਿੱਚ। ਤੇ ਲਿਖਿਆ ਸੰਵਿਧਾਨ ਸਾਡੇ ਕੋਲ ਬਹੁਤ ਵੱਡਾ ਸੰਵਿਧਾਨ ਹੈ, ਦੁਨੀਆ ਦਾ ਸਭ ਤੋਂ ਵੱਡੇ ਸੰਵਿਧਾਨ ਵਿੱਚ ਇੱਕ ਸੰਵਿਧਾਨ ਹੈ। ਉਸ ਤੋਂ ਬਾਅਦ ਸਰਕਾਰ ਜੋ ਹੈ ਸੰਵਿਧਾਨ ਦੇ ਹਿਸਾਬ ਨਾਲ ਹੀ ਕੰਮ ਕਰਦੀ ਹੈ। ਸਰਕਾਰ ਦੇ ਜੋ ਵੀ ਤਾਕਤਾਂ ਹੈ, ਪਾਵਰਾਂ ਹੈ, ਉਹ ਸੰਵਿਧਾਨ ਦੇ ਵਿੱਚ ਮੈਨਸ਼ਨਡ ਹੈ ਤੇ ਕੋਈ ਵੀ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਰਹਿ ਕੇ ਕੰਮ ਨਹੀਂ ਕਰ ਸਕਦੇ ਕੋਈ ਸਰਕਾਰ ਨਹੀਂ। ਅੱਗੇ ਪੁਆਇੰਟ 'ਤੇ ਚੱਲਦੇ ਹਾਂ। ਲੋਕਾਂ ਦੇ ਮੌਲਿਕ ਅਧਿਕਾਰ ਸੰਵਿਧਾਨ ਵਿੱਚ ਸ਼ਾਮਿਲ ਹੈ।
ਲੋਕਾਂ ਦੇ ਮੌਲਿਕ ਅਧਿਕਾਰ ਸੰਵਿਧਾਨ ਦੇ ਵਿੱਚ ਸ਼ਾਮਿਲ ਹੈ। ਤੁਹਾਨੂੰ ਪਤਾ ਹੀ ਹੈ ਸੰਵਿਧਾਨ ਦੀ ਧਾਰਾ 12 ਤੋਂ ਲੈ ਕੇ 35 ਤੱਕ ਜਿਹੜਾ ਪਾਰਟ 3 ਦੇ ਵਿੱਚ ਆਉਂਦਾ ਹੈ, ਉਸ ਦੇ ਵਿੱਚ ਲੋਕਾਂ ਦੇ ਅਧਿਕਾਰ ਸ਼ਾਮਿਲ ਹਨ। ਮੌਲਿਕ ਅਧਿਕਾਰ ਇਹ ਸਮਾਨਤਾ ਦਾ ਅਧਿਕਾਰ ਹੈ, ਸੁਤੰਤਰਤਾ ਦਾ ਅਧਿਕਾਰ ਹੈ, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਹੈ, ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੈ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਹੈ ਔਰ ਸੰਵਿਧਾਨਕ ਉਪਾਵਾਂ ਦਾ ਅਧਿਕਾਰ ਹੈ। ਇਹ ਸਾਰੇ ਅਧਿਕਾਰ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਿਲ ਹੈ, ਇਹਨਾਂ ਨੂੰ ਮੌਲਿਕ ਅਧਿਕਾਰ ਕਿਹਾ ਗਿਆ ਹੈ। ਅਗਲਾ ਪੁਆਇੰਟ ਹੈ ਲੋਕਾਂ ਦੇ ਮੌਲਿਕ ਕਰਤੱਵ ਸੰਵਿਧਾਨ ਵਿੱਚ ਸ਼ਾਮਿਲ ਹਨ। ਅਗਰ ਮੌਲਿਕ ਕਰਤੱਵਾਂ ਦੀ ਗੱਲ ਕਰੀਏ ਤਾਂ ਸਟਾਰਟਿੰਗ ਦੇ ਵਿੱਚ ਇਸ ਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀਗਾ। ਬਾਅਦ ਦੇ ਵਿੱਚ 42ਵੇਂ ਸੰਸ਼ੋਧਨ ਰਾਹੀਂ ਇਹ ਸੰਵਿਧਾਨ ਦੇ ਪਾਰਟ 4 ਏ ਦੇ ਵਿੱਚ ਔਰ ਧਾਰਾ 51 ਏ ਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ। ਪਹਿਲਾਂ 10 ਮੌਲਿਕ ਕਰਤੱਵ ਸੀਗੇ ਅਤੇ ਹੁਣ ਇੱਕ ਹੋਰ ਐਡ ਕੀਤਾ ਗਿਆ, 11 ਮੌਲਿਕ ਕਰਤੱਵ ਇਸ ਵੇਲੇ ਹਨ। ਸੌਰੀ। ਉਸ ਤੋਂ ਬਾਅਦ ਆ ਜਾਂਦੇ 8ਵੇਂ ਪੁਆਇੰਟ 'ਤੇ ਕਿ ਕੇਂਦਰ ਅਤੇ ਰਾਜਾਂ ਵਿੱਚ ਜ਼ਿੰਮੇਵਾਰ ਸਰਕਾਰ ਹੈ। ਸਾਡੇ ਕੇਂਦਰ ਦੇ ਵਿੱਚ ਵੀ ਅਤੇ ਰਾਜਾਂ ਵਿੱਚ ਵੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਨੂੰ ਅਡਾਪਟ ਕੀਤਾ ਗਿਆ ਅਤੇ ਜ਼ਿੰਮੇਵਾਰ ਸਰਕਾਰ ਹੈ, ਉਹਨਾਂ ਨੂੰ ਵਿਸ਼ਿਆਂ ਦੀ ਵੰਡ ਵੀ ਕੀਤੀ ਗਈ ਹੈ। ਕੇਂਦਰ ਅਤੇ ਰਾਜ ਵਿੱਚ ਅੱਗੇ ਪੁਆਇੰਟ ਆਉਂਦਾ ਹੈ ਵਿਸ਼ਿਆਂ ਦੀ ਵੰਡ ਕੀਤੀ ਗਈ ਹੈ। ਸਬਜੈਕਟ ਅਲੱਗ ਅਲੱਗ ਲਿਸਟ ਹੈਗੇ ਸਾਡੇ ਕੋਲ, ਸੈਂਟਰਲ ਲਿਸਟ ਹੈ, ਸਟੇਟ ਲਿਸਟ ਹੈ, ਕੰਕਰੈਂਟ ਲਿਸਟ ਹੈ ਅਤੇ ਰੈਜ਼ੀਡਿਊ ਪਾਵਰ ਜਿਹੜੀ ਹੈ ਉਸ ਤੋਂ ਬਾਅਦ ਜਿਹੜੀ ਬਚ ਜਾਂਦੀ ਪਾਵਰ ਉਹ ਪਾਵਰ ਕੇਂਦਰ ਦੇ ਕੋਲ ਹੈ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਦੀ ਵਿਵਸਥਾ ਕੀਤੀ ਗਈ ਹੈ। ਸੰਵਿਧਾਨ ਦੀ ਧਾਰਾ ਜਿਹੜੀ ਹੈ 36 ਤੋਂ ਲੈ ਕੇ 51 ਤੱਕ ਪਾਰਟ 4 ਦੇ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਦੀ ਵਿਵਸਥਾ ਕੀਤੀ ਹੈ। ਇਹਨੂੰ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ, DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਯਾਨੀ ਕਿ ਇਹ ਉਹ ਪਾਲਿਸੀਜ਼ ਹੈ ਜਿਸ ਨੂੰ ਸਰਕਾਰਾਂ ਜਿਹੜੀਆਂ ਆਪਣੇ ਕੋਈ ਵੀ ਕੰਮ ਕਰਦੇ ਵੇਲੇ ਧਿਆਨ ਦੇ ਵਿੱਚ ਰੱਖਣਗੀਆਂ ਅਤੇ ਕੋਸ਼ਿਸ਼ ਕਰਨਗੀਆਂ ਕਿ ਵੀ ਇਹਨਾਂ ਸਾਰੀ ਵਿਵਸਥਾ ਨੂੰ ਲਾਗੂ ਕੀਤਾ ਜਾਵੇ ਕਾਨੂੰਨ ਦੇ ਰਾਹੀਂ। ਉਸ ਤੋਂ ਬਾਅਦ ਧਰਮ ਨਿਰਪੱਖਤਾ ਦੀ ਗੱਲ ਕੀਤੀ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ 'ਚ ਧਰਮ ਨਿਰਪੱਖਤਾ ਦੀ ਗੱਲ ਕੀਤੀ ਹੈ। ਕਾਨੂੰਨ ਦੇ ਸਾਹਮਣੇ ਸਾਰੇ ਧਰਮ ਬਰਾਬਰ ਹਨ। ਅੱਗੇ ਪੁਆਇੰਟ ਚੱਲਦੇ ਸੁਤੰਤਰ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਕੇਂਦਰ ਦੇ ਵਿੱਚ ਸੁਪਰੀਮ ਕੋਰਟ ਹੈ, ਰਾਜਾਂ ਵਿੱਚ ਹਾਈ ਕੋਰਟਸ ਹੈ ਅਤੇ ਲੋਅਰ ਲੈਵਲ 'ਤੇ ਡਿਸਟ੍ਰਿਕਟ ਕੋਰਟਸ ਹੈ ਜਿਹਦੇ 'ਚ ਸੈਸ਼ਨ ਕੋਰਟ ਅਤੇ ਡਿਸਟ੍ਰਿਕਟ ਕੋਰਟ ਆ ਜਾਂਦਾ। ਉਸ ਤੋਂ ਬਾਅਦ ਆ ਜਾਂਦੇ ਕਾਨੂੰਨ ਦਾ ਸ਼ਾਸਨ ਹੈ। ਸਾਡੇ ਦੇਸ਼ 'ਚ ਕਾਨੂੰਨ ਦਾ ਸ਼ਾਸਨ ਰੂਲ ਆਫ ਲਾ ਇਸ ਨੂੰ ਕਿਹਾ ਜਾਂਦਾ ਅਤੇ ਕੋਈ ਵੀ ਵਿਅਕਤੀ ਹੋਵੇ ਕਾਨੂੰਨ ਬਿਨਾਂ ਕਿਸੇ ਭੇਦਭਾਵ 'ਤੇ ਸਾਰੇ 'ਤੇ ਲਾਗੂ ਹੁੰਦਾ ਹੈ। ਉਸ ਤੋਂ ਬਾਅਦ ਅੱਗੇ ਚੱਲਦੇ ਵਿਰੋਧ ਦਾ ਸਤਿਕਾਰ। ਲੋਕਤੰਤਰ ਦੀ ਜਿਹੜੀ ਬਿਊਟੀ ਲਾਈ ਕਰਦੀ ਹੈ ਕਿ ਵੀ ਵਿਰੋਧ ਨੂੰ ਵੀ ਇੱਥੇ ਸਤਿਕਾਰ ਦਿੱਤਾ ਜਾਂਦਾ ਹੈ। ਇਹ ਜ਼ਰੂਰੀ ਨਹੀਂ ਕਿ ਸਾਰੇ ਇੱਕੋ ਵਿਚਾਰਧਾਰਾ ਦੇ ਲੋਕ ਹੋਣਗੇ ਅਤੇ ਇਸ ਲਈ ਲੋਕਤੰਤਰ ਦੇ ਵਿੱਚ ਹੈ ਇੱਥੇ ਵੀ ਵਿਰੋਧ ਜਿਹੜੇ ਕਰਦੇ ਨੇ ਉਸ ਦੀ ਗੱਲ ਨੂੰ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਬਹੁਲਵਾਦੀ ਸਮਾਜ, ਸਾਡਾ ਸਮਾਜ ਬਹੁਲਵਾਦੀ ਸਮਾਜ ਹੈ। ਇੱਥੇ ਵੱਖ ਵੱਖ ਧਰਮਾਂ ਦੇ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ, ਵੱਖ ਵੱਖ ਰੰਗਾਂ ਦੇ ਲੋਕ ਰਹਿੰਦੇ ਨੇ ਅਤੇ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ। ਉਸ ਤੋਂ ਬਾਅਦ ਆ ਜਾਂਦੇ ਬਹੁਦਲ ਪ੍ਰਣਾਲੀ। ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀ ਰਾਜਨੀਤਿਕ ਪਾਰਟੀਆਂ ਹੈਗੀਆਂ। ਇੱਕ ਦਲ ਜਾਂ ਦੋ ਦਲ ਪ੍ਰਣਾਲੀ ਨਹੀਂ ਹੈ, ਬਹੁਦਲ ਪ੍ਰਣਾਲੀ ਹੈ। ਨੈਸ਼ਨਲ ਲੈਵਲ 'ਤੇ 8 ਪਾਰਟੀਆਂ ਨੂੰ ਰਿਕਗਨੀਸ਼ਨ ਮਿਲੀ ਹੋਈ ਹੈ। ਉਸ ਤੋਂ ਬਾਅਦ ਸਟੇਟ ਲੈਵਲ 'ਤੇ ਮਿਲਾ ਕੇ ਕਈ ਪਾਰਟੀਆਂ ਕਈ 100 'ਚ ਆ ਜਾਂਦੀ ਹੈ ਅਤੇ ਅਦਰਵਾਈਜ਼ ਜੇ ਦੇਖੀਏ ਤਾਂ ਹਜ਼ਾਰਾਂ 'ਚ ਪਾਰਟੀਆਂ ਹੈਗੀਆਂ। ਉਸ ਤੋਂ ਬਾਅਦ ਗੱਲ ਕਰਦੇ ਪੰਚਾਇਤੀ ਰਾਜ ਵਿਵਸਥਾ ਦੀ ਗੱਲ ਕੀਤੀ ਗਈ ਹੈ। 93rd ਅਮੈਂਡਮੈਂਟ ਦੁਆਰਾ ਪੰਚਾਇਤੀ ਰਾਜ 3 ਟੀਅਰ ਸਿਸਟਮ ਲਾਗੂ ਕੀਤਾ ਗਿਆ ਹੈ। ਗ੍ਰਾਮ ਪੰਚਾਇਤ ਜਿਹਦੇ 'ਚ ਹੇਠਲੇ ਲੈਵਲ ਦਾ ਜਾਂਦਾ ਹੈ ਔਰ ਉਸ ਤੋਂ ਬਾਅਦ ਹੈ ਬਲਾਕ ਸਮਿਤੀ, ਉਸ ਤੋਂ ਬਾਅਦ ਆ ਜਾਂਦਾ ਜ਼ਿਲ੍ਹਾ ਪਰਿਸ਼ਦ ਜ਼ਿਲ੍ਹਾ ਲੈਵਲ 'ਤੇ। ਸ਼ਹਿਰੀ ਸਥਾਨਕ ਸੰਸਥਾਵਾਂ ਦੀ ਵਿਵਸਥਾ ਕੀਤੀ ਗਈ ਹੈ। ਸ਼ਹਿਰੀ ਸਥਾਨਕ ਸੰਸਥਾਵਾਂ ਦੇ ਵਿੱਚ ਵੀ ਨਗਰ ਪਾਲਿਕਾ, ਨਗਰ ਪਰਿਸ਼ਦ ਅਤੇ ਨਗਰ ਨਿਗਮ ਅਲੱਗ ਅਲੱਗ ਪੱਧਰ 'ਤੇ ਕੰਮ ਕਰਦੇ ਹਨ। ਖੁੱਲ੍ਹਾ ਚੋਣ ਮੁਕਾਬਲੇ ਦੀ ਗੱਲ ਕਰਦੇ ਤਾਂ ਖੁੱਲ੍ਹਾ ਚੋਣ ਮੁਕਾਬਲਾ ਹਰ ਕਿਸੇ ਨੂੰ ਜੋ ਵੀ ਲਾਇਕ ਹੈ ਇਲੈਕਸ਼ਨ ਲੜ ਸਕਦਾ ਹੋਵੇ। ਏਜ ਫੈਕਟਰਸ ਅਲੱਗ ਅਲੱਗ ਇਲੈਕਸ਼ਨਸ ਲਈ ਰੱਖੇ ਗਏ ਹਨ। ਉਸ ਤੋਂ ਬਾਅਦ ਆ ਜਾਂਦੇ ਹਾਂ ਕਿ ਵੀ ਅਨੁਸੂਚਿਤ ਜਾਤੀ ਯਾਨੀ ਕਿ ਐਸੀ ਕਮਿਊਨਿਟੀ ਦੀ ਅੱਛੇ ਭਲਾਈ ਲਈ ਇਹਦੀ ਵਿਵਸਥਾ ਕੀਤੀ ਗਈ ਹੈ। ਉਸ ਤੋਂ ਬਾਅਦ ਅਨੁਸੂਚਿਤ ਜਨਜਾਤੀ ਯਾਨੀ ਕਿ ST ਲੋਕ ਜਿਹੜੇ ਸ਼ੈਡਿਊਲ ਟਰਾਈਬ ਲੋਕ ਹੈ ਉਹਨਾਂ ਦੇ ਭਲਾਈ ਲਈ ਵੀ ਇੱਕ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ। ਅੱਗੇ ਆ ਜਾਂਦੇ ਪਛੜੀਆਂ ਸ਼੍ਰੇਣੀਆਂ ਦੀ ਆਯੋਗ, ਜਿਹੜੇ BCs OBCs ਕੈਟਾਗਰੀ 'ਚ ਲੋਕ ਆਉਂਦੇ ਨੇ ਉਹਨਾਂ ਲਈ ਵੀ ਵਿਵਸਥਾ ਕੀਤੀ ਗਈ। ਘੱਟ ਗਿਣਤੀ ਮਾਈਨੋਰਿਟੀ ਦੇ ਲੋਕ ਜਿਹੜੇ ਹੈ ਉਹਨਾਂ ਲਈ ਵੀ ਕਮਿਸ਼ਨ ਦੀ ਵਿਵਸਥਾ ਕੀਤੀ ਗਈ। ਔਰਤਾਂ ਬੱਚਿਆਂ ਦੀ ਭਲਾਈ ਲਈ ਵੀ ਵਿਵਸਥਾ ਕੀਤੀ ਗਈ ਇਸ ਪ੍ਰਕਾਰ ਨਾਲ। ਅਤੇ ਇਹ ਸੀ ਸਾਡੇ ਜਿਹੜੀ ਸਾਡੀ ਰਾਜਨੀਤੀ ਇੰਡੀਅਨ ਡੈਮੋਕ੍ਰੇਸੀ ਜਾਂ ਭਾਰਤੀ ਜਿਹੜੀ ਹੈ ਸੰਵਿਧਾਨ ਦੀ ਲੋਕਤੰਤਰੀ ਵਿਵਸਥਾਵਾਂ ਜਿਹੜੀਆਂ ਕੀਤੀਆਂ ਗਈਆਂ ਲੋਕਤੰਤਰ ਦੇ ਖੁਸ਼ਹਾਲੀ ਦੇ ਲਈ, ਲੋਕਤੰਤਰ ਦੇ ਬੜਾਵੇ ਦੇ ਲਈ। ਹੁਣ ਗੱਲ ਕਰਦੇ ਆ ਜਾਂਦੇ ਆਪਾਂ ਕਿ ਵੀ ਜਿਹੜਾ ਮੇਨ ਚੈਪਟਰ ਦਾ ਹਿੱਸਾ ਭਾਰਤੀ ਲੋਕਤੰਤਰ ਨੂੰ ਜਿਹੜੇ ਸਮਾਜਿਕ, ਧਾਰਮਿਕ, ਆਰਥਿਕ ਤੱਤ ਜਿਹੜੇ ਨਿਰਧਾਰਿਤ ਕਰਦੇ ਹਨ ਉਹ ਕਿਹੜੇ ਕਿਹੜੇ। ਸਭ ਤੋਂ ਪਹਿਲੇ ਤਾਂ ਆ ਜਾਂਦੀ ਅਸਮਾਨਤਾ। ਸਾਡੇ ਦੇਸ਼ 'ਚ ਕਿਸ ਤਰ੍ਹਾਂ ਦੀ ਅਸਮਾਨਤਾ ਪਾਈ ਜਾਂਦੀ ਹੈ? ਸਮਾਜਿਕ ਅਸਮਾਨਤਾ ਪਾਈ ਜਾਂਦੀ ਹੈ, ਧਾਰਮਿਕ ਅਸਮਾਨਤਾ ਪਾਈ ਜਾਂਦੀ ਹੈ, ਆਰਥਿਕ ਅਸਮਾਨਤਾ ਅਤੇ ਰਾਜਨੀਤਿਕ ਅਸਮਾਨਤਾ। ਬੇਸਿਕਲੀ ਫੈਕਟਰ ਹੈ ਕਿ ਵੀ ਜਿਹੜੀ ਸਮਾਜਿਕ, ਧਾਰਮਿਕ
ਜਾਂ ਆਰਥਿਕ ਸਮਾਨਤਾ ਹੈਗੀਆਂ ਔਰ ਰਾਜਨੀਤਿਕ ਸਮਾਨਤਾ, ਇਹ ਇੱਕ ਕਿਸਮ ਨਾਲ ਸਾਡੇ ਕਲਚਰਲ ਆਸਪੈਕਟ ਨਾਲ, ਸਾਡੇ ਸਮਾਜਿਕ ਆਸਪੈਕਟ ਨਾਲ ਮਿਲੀ ਜੁਲੀ ਹੈ। ਅਤੇ ਉਸ ਤੋਂ ਬਾਅਦ ਆ ਜਾਂਦੀ ਗਰੀਬੀ, ਜਿਹੜੀ ਸਾਡੇ ਲਈ ਬਹੁਤ ਵੱਡੀ ਚੁਣੌਤੀ ਹੈ। ਸਾਡੇ ਦੇਸ਼ 'ਚ ਹਜੇ ਵੀ ਲੋਕ ਤਕਰੀਬਨ 30 ਤੋਂ 35% ਲੋਕ ਬਿਲੋ ਪਾਵਰਟੀ ਲਾਈਨ ਰਹਿੰਦੇ ਆ, ਅਤੇ ਇਸ ਚੀਜ਼ ਨੂੰ ਦੇਖਣਾ ਪਏਗਾ। ਇਹ ਸਾਡੇ ਲਈ ਬਹੁਤ ਵੱਡੀ ਚੁਣੌਤੀ ਹੈ ਸਾਡੇ ਲੋਕਤੰਤਰ 'ਤੇ ਸਫਲਤਾਪੂਰਵਕ ਕੰਮ ਕਰਨ ਲਈ। ਉਸ ਤੋਂ ਬਾਅਦ ਅਨਪੜ੍ਹਤਾ, ਸਾਡੇ ਦੇਸ਼ 'ਚ ਹਜੇ ਵੀ ਤਕਰੀਬਨ 30%, 25 ਤੋਂ 30% ਲੋਕ ਜਿਹੜੇ ਹੈ ਅਨਪੜ੍ਹ ਹੈਗੇ, ਔਰ ਇਹਦੇ 'ਚ ਤਾਂ ਔਰਤਾਂ ਦੀ ਪਾਪੂਲੇਸ਼ਨ ਕੰਪੈਰੇਟਿਵਲੀ ਮਰਦਾਂ ਨਾਲੋਂ ਜ਼ਿਆਦਾ ਹੈ। ਇਸ ਚੀਜ਼ ਨੂੰ ਵੀ ਸਾਨੂੰ ਨਜਿੱਠਣਾ ਪੈਣਾ। ਅੱਗੇ ਆਉਂਦੇ ਹਾਂ ਬੇਰੁਜ਼ਗਾਰੀ ਦੀ ਸੰਖਿਆ ਬਹੁਤ ਵੱਧਦੀ ਜਾ ਰਹੀ ਹੈ ਦਿਨ ਬ ਦਿਨ ਹੀ। ਸਾਡੇ ਅਸੀਂ ਉੱਦਾਂ ਵੀ ਦੁਨੀਆ ਦੇ ਸੈਕੰਡ ਲਾਰਜੈਸਟ ਹਾਈਲੀ ਪਾਪੂਲੇਟਡ ਹੈਗੇ, ਔਰ ਉਮੀਦ ਹੈ ਕਿ 2026 ਤੋਂ 30 ਤੱਕ ਅਸੀਂ ਦੁਨੀਆ ਦੇ ਨੰਬਰ 1 ਹੋ ਜਾਵਾਂਗੇ, ਚੀਨ ਤੋਂ ਵੀ ਟੱਪ ਜਾਵਾਂਗੇ ਆਬਾਦੀ ਦੇ ਮਾਮਲੇ 'ਚ। ਅਤੇ ਜਦਕਿ ਸੰਸਾਧਨ ਸਾਡੇ ਕੋਲ 2-2.5% ਤੋਂ ਜ਼ਿਆਦਾ ਨਹੀਂ ਹੈ, ਅਤੇ ਦੁਨੀਆ ਦੀ ਆਬਾਦੀ 17-18% ਦੇ ਕਰੀਬ ਸਾਡੇ ਦੇਸ਼ 'ਚ ਰਹਿੰਦੀ ਹੈ। ਅਤੇ ਇਸ ਚੀਜ਼ ਨੂੰ, ਇਹ ਵੀ ਸਾਡੇ ਲਈ ਸਮੱਸਿਆ ਹੈ। ਅੱਗੇ ਆਉਂਦੇ ਸੰਪਰਦਾਇਕਤਾਵਾਦ, ਜਿਸ ਨੂੰ ਧਰਮਵਾਦ ਵੀ ਕਿਹਾ ਜਾਂਦਾ। ਅਲੱਗ-ਅਲੱਗ ਧਰਮ ਦੇ ਲੋਕ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਤਰ੍ਹਾਂ ਦੇ ਲੋਕ, ਬੁੱਧ, ਪਾਰਸੀ, ਜਾਨੀ ਰਹਿੰਦੇ ਇੱਥੇ, ਅਤੇ ਹਰ ਇੱਕ ਧਰਮ ਦੇ ਆਪਣੇ ਕੱਟਰਵਾਦ ਹੈਗੇ, ਜਿਸ ਕਰਕੇ ਸਾਡੇ ਦੇਸ਼ 'ਚ ਸੰਪਰਦਾਇਵਾਦ ਦੀ ਪ੍ਰੋਬਲਮ ਵੀ ਹੈ। ਇਹ ਸਾਡੇ ਲਈ ਵੱਡੀ ਚੁਣੌਤੀ ਹੈ। ਅੱਗੇ ਆ ਜਾਂਦੇ ਜਾਤੀਵਾਦ ਬੇਸਿਕਲੀ ਜਿਹੜੀ ਹੈ ਇਹ ਸਾਡੇ ਕਲਚਰ 'ਚ ਦੇ ਰੂਟ 'ਚ ਬਸੀ ਹੋਈ ਹੈ, ਔਰ ਇਸ ਨੂੰ ਵੀ ਦੇਖਣਾ ਪੈਣਾ। ਛੂਤ-ਛਾਤ ਇਹਦੇ ਨਾਲ ਰਿਲੇਟਡ ਹੈ ਜਾਤੀਵਾਦ ਨਾਲ, ਕਿ ਵੀ ਇਹ ਅਨਟੱਚੇਬਿਲਿਟੀ ਆ ਜਾਂਦੀ, ਕਿ ਵੀ ਇਸ ਤਰ੍ਹਾਂ ਦੀ ਪ੍ਰਥਾਵਾਂ ਜਿਹੜੀਆਂ ਸੀਗੀਆਂ ਹਜੇ ਤੱਕ ਪੂਰੀ ਤਰੀਕੇ ਨਾਲ ਖਤਮ ਨਹੀਂ ਹੋਈਆਂ, ਅਤੇ ਸਾਡੇ ਦੇਸ਼ 'ਚ ਹਜੇ ਵੀ ਛੂਤ-ਛਾਤ ਵਰਗੇ ਸਮੱਸਿਆਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਆਏ ਦਿਨ। ਖੇਤਰੀਕਰਨ, ਖੇਤਰੀ ਅਸੰਤੁਲਨ, ਡਿਵੈਲਪਮੈਂਟ, ਵਿਕਾਸ ਜਿਹੜਾ ਹੋਇਆ ਖੇਤਰੀ ਤੌਰ 'ਤੇ ਹਰ ਖੇਤਰ ਦਾ ਨਹੀਂ ਹੋਇਆ। ਉਸ ਤੋਂ ਬਾਅਦ ਜਿਸ ਕਰਕੇ ਖੇਤਰੀਕਰਨ ਦੀ ਬੜੀ ਮੰਗ ਉੱਠੀ ਹੈ, ਅਤੇ ਉਸ ਦੇ ਹਿਸਾਬ ਨਾਲ ਰਾਜਾਂ ਦੀ ਵੀ ਡਿਮਾਂਡ ਉੱਠਦੀ ਪਈ ਕਿ ਸਾਨੂੰ ਅਲੱਗ-ਅਲੱਗ ਰਾਜ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਵਿਕਾਸ ਲਈ ਆਪ ਕੰਮ ਕਰ ਸਕੀਏ। ਸਮਾਜਿਕ ਤਣਾਅ, ਸਾਡੇ ਦੇਸ਼ 'ਚ ਸਮਾਜਿਕ ਲੈਵਲ 'ਤੇ ਜਾਤੀ ਤਣਾਅ ਇਹਦਾ ਹਿੱਸਾ ਹੈ, ਅਤੇ ਧਾਰਮਿਕ ਤਣਾਅ ਵੀ। ਔਰ ਉਸ ਤੋਂ ਬਾਅਦ ਸਮਾਜਿਕ ਹਿੰਸਾ, ਖਾਸ ਕਰਕੇ ਹਿੰਸਾ ਜਿਹੜੀ ਹੈ ਔਰਤਾਂ ਦੇ ਵਿਰੁੱਧ ਅਤੇ ਬੱਚਿਆਂ ਦੇ ਵਿਰੁੱਧ ਹੋ ਰਹੀ ਹੈ, ਇਹ ਵੀ ਸਾਡੀ ਦੇਸ਼ ਦੀ ਵੱਡੀ ਚੁਣੌਤੀਆਂ 'ਚੋਂ ਇੱਕ ਹੈ, ਲੋਕਤੰਤਰ ਦੀ ਚੁਣੌਤੀ 'ਚ। ਉਸ ਤੋਂ ਬਾਅਦ ਜਾਤੀ ਹਿੰਸਾ ਦੇ ਵਿੱਚ ਆਪਾਂ ਆਏ ਦਿਨ ਦੇਖਦੇ ਹਾਂ ਕਿਤੇ ਐਸਸੀਜ਼ ਨਾਲ ਅਪਰ ਕਾਸਟ ਦੀ ਲੜਾਈ ਹੋ ਗਈ, ਇਸ ਤਰ੍ਹਾਂ ਦੀ। ਉਸ ਤੋਂ ਇਹ ਚੀਜ਼ਾਂ ਦੇਖਣ ਨੂੰ ਆਇਆ ਹੈ। ਕਈ ਮੌਤਾਂ ਵੀ ਹੁੰਦੀਆਂ ਅਪਰ ਕਾਸਟ ਲੋਅਰ ਕਾਸਟ ਦੀ ਪ੍ਰੋਬਲਮ ਚੱਲਦੀ ਰਹਿੰਦੀ ਹੈ। ਉਸ ਤੋਂ ਬਾਅਦ ਸਾਮੰਤਵਾਦੀ ਕਦਰਾਂ ਕੀਮਤਾਂ, ਹਜੇ ਵੀ ਜਿਹਨਾਂ ਲੋਕਾਂ ਕੋਲ ਪੈਸਾ ਹੈ ਔਰ ਪਾਵਰ ਹੈ, ਉਹ ਇਸ ਤਰ੍ਹਾਂ ਬਿਹੇਵ ਕਰਦੇ ਜਿਵੇਂ ਕਿ ਉਹ ਲਾਰਡ ਹੋਣ, ਮਾਲਕ ਹੋਣ ਹਰ ਇੱਕ ਚੀਜ਼ ਦੇ। ਭ੍ਰਸ਼ਟਾਚਾਰ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਸਾਡੇ ਦੇਸ਼ ਦੇ ਵਿੱਚ, ਕਿ ਇਹ ਵੀ ਰੂਟ ਕਾਜ਼ ਹੈ ਸਾਡੇ ਜਿਹੜੀ ਹੈ ਦੇਸ਼ ਦੇ ਲੋਕਤੰਤਰ ਦੇ ਨੂੰ ਜਿਹੜੀ ਅੱਗੇ ਵਧਣ ਤੋਂ ਰੋਕਦੀ ਹੈ। ਉਸ ਦੇ ਵਿੱਚ ਅੱਗੇ ਪੁਆਇੰਟ ਆਉਂਦੇ ਮੂਲਵਹੀਨ ਸਮਾਜ ਦੇ ਵਿੱਚ ਜਿਹੜੀ ਹੈ ਵੈਲਿਊਜ਼ ਹੈ ਉਹ ਘੱਟ ਹੁੰਦੀ ਜਾ ਰਹੀ ਹੈ, ਮੂਲਵਹੀਨ ਹੁੰਦਾ ਜਾ ਰਿਹਾ ਸਮਾਜ। ਜਿੱਥੇ ਐਕਸੀਡੈਂਟ ਹੋ, ਮੰਨ ਲਓ ਕਿ ਵੀ ਉੱਥੇ ਲੋਕਾਂ ਨੂੰ ਮਦਦ ਕਰਨੀ ਚਾਹੀਦੀ, ਤਾਂ ਉੱਥੇ ਲੋਕ ਖਿੱਚ ਕੇ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਅਪਲੋਡ ਕਰਨ ਦੇ ਚੱਕਰ 'ਚ ਰਹਿੰਦੇ ਆ। ਅਮੀਰ ਗਰੀਬ ਵਿਚਕਾਰ ਵੱਡਾ ਅੰਤਰ ਪੈਦਾ ਹੋ ਰਿਹਾ ਹੈ, ਇਸ ਚੀਜ਼ ਨੂੰ ਦੇਖਣਾ ਪੈਣਾ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇਨਸਾਨੀਅਤ ਦੀ ਘਾਟ ਹੋ ਰਹੀ ਹੈ, ਬਹੁਲਵਾਦਤਾ ਵੱਧਦੀ ਜਾ ਰਹੀ ਲੋਕਾਂ ਦੇ ਵਿੱਚ। ਔਰ ਉਸ ਤੋਂ ਬਾਅਦ ਵੱਖ-ਵੱਖ ਧਾਰਮਿਕ ਸੰਸਥਾਵਾਂ ਜਿਹੜੀਆਂ ਉਹ ਵੀ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ, ਜੋ ਕਿ ਦੇਸ਼ ਦੇ ਲਈ ਖਤਰੇ ਦੇ ਨਿਸ਼ਾਨੇ ਹਨ। ਹੁਣ ਇਹ ਤਾਂ ਸਾਰੇ ਫੈਕਟਰ ਸੀਗੇ, ਪਰ ਹੁਣ ਜਿਹੜੀਆਂ ਮੁੱਖ ਸਮੱਸਿਆਵਾਂ ਹੈਗੀਆਂ ਉੱਤੇ ਆਪਾਂ ਬਰੀਫ ਦੇ ਵਿੱਚ ਮੈਂ ਲੈ ਕੇ ਕੁਝ ਪੁਆਇੰਟਸ ਆਇਆ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਵੀ ਇਹ ਜ਼ਿਆਦਾ ਵੱਡੇ ਕਾਰਕ ਹੈਗੇ। ਅਤੇ ਇਸ ਦੇ ਵਿੱਚ ਦੇਖਦੇ ਹਾਂ ਕਿ ਆਪਾਂ ਕੀ ਪੜ੍ਹਾਂਗੇ ਕਿ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਵਿੱਚ ਮੁੱਖ ਰੂਪ ਦੇ ਵਿੱਚ ਇਹ ਵਰਤਮਾਨ ਲੋਕਤੰਤਰ ਦਾ ਯੁੱਗ ਹੈ। ਸੰਸਾਰ ਦੇ ਵਧੇਰੇ ਭਾਗ ਵਿੱਚ ਲੋਕਤੰਤਰੀ ਸਰਕਾਰ ਕਾਇਮ ਹੈ। ਭਾਰਤ ਵੀ ਲੋਕਤੰਤਰੀ ਦੇਸ਼ ਹੈ, ਅਤੇ ਇਹ ਲੋਕਤੰਤਰੀ ਸੰਸਦ ਪ੍ਰਣਾਲੀ ਦਾ ਇੱਥੇ ਦੀ ਸਰਕਾਰ ਜਿਹੜੀ ਆਜ਼ਾਦੀ ਤੋਂ ਹੀ ਕੰਮ ਕਰਦੀ ਪਈ ਹੈ। ਸੰਵਿਧਾਨਕ ਰੂਪ ਵਿੱਚ ਅਸੀਂ ਭਾਰਤੀ ਲੋਕਤੰਤਰ ਵਿੱਚ ਸਾਰੀਆਂ ਲੋਕਤੰਤਰੀ ਵਿਸ਼ੇਸ਼ਤਾਵਾਂ ਮੌਜੂਦ ਹਨ, ਪਰ ਫਿਰ ਵੀ ਅਨੇਕ ਜਿਹੜਾ ਆਪਾਂ ਪਿੱਛੇ ਕਰ ਚੁੱਕੇ ਹਾਂ, ਇਹਨਾਂ 'ਚ ਕੁਝ ਆਪਾਂ ਡਿਟੇਲ 'ਚ ਕਰਾਂਗੇ। ਹੁਣ ਸਾਨੂੰ ਕਿਹੜਾ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ, ਇਹਦੇ 'ਤੇ ਮੈਂ ਅਲੱਗ ਤੋਂ ਵੀ ਵੀਡੀਓ ਬਣਾਵਾਂਗਾ ਹਰ ਇੱਕ ਫੈਕਟਰ 'ਤੇ, ਪਰ ਇੱਥੇ ਬਰੀਫ 'ਚ ਮੈਂ ਤੁਹਾਨੂੰ ਦੱਸ ਰਿਹਾ। ਸਮਾਜਿਕ ਅਸਮਾਨਤਾ ਦੀ ਜਿਵੇਂ ਗੱਲ ਕਰਦੇ, ਕੁਛ ਲੋਕਾਂ ਦੇ ਹੱਥ ਵਿੱਚ ਪਾਵਰ ਹੈ। ਸਮਾਜ ਦੇ ਵਿੱਚ ਵੀ ਆਰਥਿਕ ਰੂਪ ਦੇ ਵਿੱਚ ਹੀ ਕੁਛ ਲੋਕ ਸੰਪੰਨ ਹੈਗੇ ਜਿਨ੍ਹਾਂ ਕੋਲ ਪਾਵਰ ਹੈ। ਧਾਰਮਿਕ ਰੂਪ ਦੇ ਵਿੱਚ ਵੀ ਕੁਛ ਲੋਕ ਹੀ ਹੈ ਜਿਹੜੇ ਕਿ ਧਰਮ ਦੀ ਹਰ ਇੱਕ ਗੱਲਾਂ ਨੂੰ ਲੀਡ ਕਰੀ ਜਾ ਰਹੇ ਆ, ਆਪਣੇ ਆਪ ਨੂੰ ਔਰ ਬਾਕੀ ਲੋਕਾਂ ਨੂੰ ਹਕਾਰਤਵਰੀ ਨਜ਼ਰਾਂ ਤੋਂ ਵੇਖਦੇ ਨੇ। ਉਸ ਤੋਂ ਬਾਅਦ ਆ ਜਾਂਦੇ ਰਾਜਨੀਤਿਕ ਰੂਪ 'ਚ ਵੀ ਜਿਨ੍ਹਾਂ ਕੋਲ ਪੈਸਾ ਹੈ
ਉਹਨਾਂ ਕੋਲ ਹੀ ਪਾਵਰ ਹੈ ਤੇ ਗਰੀਬ ਅਨਪੜ੍ਹ ਲੋਕਾਂ ਦੀ ਜਿਹੜੀ ਪ੍ਰਾਥਮਿਕਤਾ ਬੜੀ ਘੱਟ ਹੈ, ਅਨਪੜ੍ਹਤਾ। ਹੁਣ ਇਹ ਫੋਟੋ ਤੁਸੀਂ ਦੇਖੋ, ਇਹਦੇ 'ਚ 4 ਬੱਚੇ, ਚਾਰਾਂ ਕੋਲ 4 ਬੈਗਸ ਹੈਗੇ, ਪਰ ਡਿਫਰੈਂਸ ਤੁਸੀਂ ਦੇਖ ਸਕਦੇ ਹੋ ਕਿਸ ਬੈਗ ਦਾ ਕੀ ਮਹੱਤਵ ਹੋ ਸਕਦਾ। ਖੇਤਰਵਾਦ, ਸੰਪਰਦਾਇਕਤਾਵਾਦ, ਜਾਤੀਵਾਦ, ਵੱਖਵਾਦ, ਇਹਨਾਂ ਪੁਆਇੰਟ 'ਤੇ ਆਪਾਂ ਗੱਲ ਕਰ ਚੁੱਕੇ ਹਾਂ। ਰਾਜਨੀਤਿਕ ਹਿੰਸਾ ਜਿਹੜੀ ਹੈ, ਇਹ ਰਾਜਨੀਤਿਕ ਹਿੰਸਾ ਜਿਹੜੀ ਹੈ ਖਾਸ ਕਰਕੇ ਇਹ ਰਾਜਨੀਤੀ ਪਾਵਰ ਪ੍ਰਾਪਤ ਕਰਨ ਲਈ ਹੁੰਦੀ ਹੈ। ਬੂਥ ਕੈਪਚਰਿੰਗ ਹੋ ਗਿਆ, ਡਰਾ ਧਮਕਾ ਕੇ ਵੋਟ ਪਵਾਉਣਾ ਹੋ ਗਿਆ, ਜਿਹੜੇ ਵਿਰੋਧੀ ਆ ਉਹਨਾਂ 'ਤੇ ਹਮਲਾ, ਕਤਲ ਆਦਿ ਇਹਦੇ 'ਚ ਸ਼ਾਮਿਲ ਹੈ। ਜਾਤੀ ਹਿੰਸਾ मैं डिस्कस कर चुका डिटेल च। वक्फवाद है सैपरेट होना, सैपरेटिज्म यानी कि अलग तो डिमांड करना, जिमें कश्मीर या च मंग हो रही है, देश तो अलग होंगी, या खालिस्तान की मंग सी, या फिर नॉर्थ ईस्टर्न स्टेट से अलग अलग डिमांड होंगी रही, अलग अलग समझ। भ्रष्टाचार भी आप कर चुके हैं। ये सारे सीगे चुनौतियाँ। हुण आ जाते हैं कि भारतीय लोकतंत्र की सफलता लिए जरूरी शर्तां या सुझाव किहड़े किहड़े आ। हुण अगर पावर्टी एंड लैक ऑफ एजुकेशन फॉर्म अ विशियस सर्कल, अगर विशियस सर्कल चक्कर की गल करते हैं कि जो चक्कर चलता ही रहिंदा, वो रीज़न की है कि लैक ऑफ एजुकेशन हुंदा ते उस जिसके कारण लैक ऑफ अपॉर्चुनिटी डेवलप होंदी। लैक ऑफ अपॉर्चुनिटी होए तो लो इनकम रहिंदा फैमिली का। लो इनकम के कारण की हुंदा, हंगर, पुअर हेल्थ एंड पुअर लिविंग कंडीशनस हुंदा ने। फिर ये सारी कंडीशन लीड करती है लैक ऑफ एजुकेशन, फिर ये विशियस सर्कल चलता रहता है। इसलिए जरूरत की है सानू कि विद्या का प्रसार और प्रचार किया जाए। प्रसार और प्रचार दोनों जरूरी है। लोग पढ़ लिख जाएंगे तो अपने लिए कुछ ना कुछ अच्छा कर पाएंगे। लोगों में जागरूकता अभियान चलानी जरूरी है, समाजिक तौर पर भी, अध्यात्मिक तौर पर भी, धार्मिक तौर पर, आर्थिक तौर पर भी, तो विद्यक तौर पर भी। रोजगार के वध तो वध मौके प्रदान करने जरूरी है। जोड़े बच्चे अपना एजुकेशन लैके फारिग हो रहे हैं, उन्होंने रोजगार के मौके मुहैया करवाए जाए, या फिर उन्होंने सैल्फ काम लिए मोटिवेट किया जाए। समाजिक समानता जी जात पात की या धार्मिक रूप से या रंग की, नस्ल की असमानता पाई जाती है, वो सरकार को काम करके बड़े एक्शन लैके इस चीज़ को नजिठना चाहिए सरकार को, ताकि इस तरह की जिहड़ियां गलतियां वो बर्दाश्त ना किए जान और लोग संतुलित होकर काम कर सकन। अगे चलते हैं। जाति समानता लैंदी जाए, जिते भी किते जात पात का भेदभाव किया जाता, इस चीज़ को तीखे तरीके नजिठिया जाए। उस तो बाद औरत मर्द की भी समानता होनी चाहिए है, धार्मिक समानता होनी चाहिए है। उस तो बाद आर्थिक समानता होनी चाहिए है। आर्थिक रूप के भी सारे इस तरीके मिले कि भी किसी को रोटी कपड़ा मकान वगैरह की बेसिक सहूलतों तो वांझा ना किया जाए। भ्रष्टाचार का खात्मा होना चाहिए। ईमानदार आचरण सानू डिवेलप करना पएगा। सहनशीलता एक दूसरे के प्रति लियानी पैनी, तो सहयोग की भावना होनी चाहिए है। हुणे तुसीं फोटो च देख सकते हो, उपरली फोटो है और मर्द की समानता रिप्रजेंट करती। थर्ड फोटो जी तुसीं 2 पिक्चर देख सकते हो, एक इक्वालिटी है, एक इक्विटी रिप्रजेंट करता है। जे इक्वालिटी है, उन्होंने तिने बच्चों को 3-3 बॉक्स दिता गया है, पर जिहड़ा 2 बच्चे तो इस देख रहे हैं सही तरीके उस मैच का आनंद मान रहे, पर तीसरा बच्चा भावें बॉक्स दिता गया पर वो एबल नहीं है। तो दूसरी पिक्चर से तुसीं देख सकते हो कि भी जिहड़ा सब तो लंबा बच्चा है वो बिना उन्होंने लोड़ नहीं है उस बॉक्स की, तो जो सब तो छोटे बच्चे दिता जाए तो वह भी उस मैच का आनंद मान सकता है। तो इस तरीके असी इक्वालिटी की गल तो करिए नाल इक्विटी भी गल करिए, ताकि समाज के विच एक समता और भाईचारा पैदा किया जा सके। अगे आने शांत और सुरक्षित वातावरण साढ़े देश की तरक्की लिए बहुत फायदेमंद होएगा। लोकतांत्रिक प्रणाली भी बड़ा फायदेमंद होएगा। इस तरह का वातावरण सानू डेवलप करना पड़ेगा। उस तो बाद स्वतंत्र और ईमानदार प्रेस, जिहड़े छापे खाने है, प्रेस है, अखबार है, चैनल्स है, न्यूज़ चैनल्स वगैरह है, इन्हों स्वतंत्र और ईमानदार रूप से काम करना चाहिए। किसी भी पार्टी या किसी भी सरकार का पिछलग्गू होकर इन्होंने काम नहीं करना चाहिए। उस तो बाद घट गिनती के लोग जोड़े है उन्होंने हितों की राखी होनी चाहिए। उन्होंने ये ना महसूस हो कि उन्होंने जबरदस्ती हो रही है, धक्का हो रहा। चंगी दल प्रणाली होनी चाहिए है। दल बदली ते भी रोक होना चाहिए। दल प्रणाली जी है वो आइडियोलॉजी से काम करन, ना कि सिर्फ फायदे लिए लोगों के फायदे लिए जो इस पार्टी चलाते हैं। चोन प्रणाली सुधार होना चाहिए। इस तरह का सुधार हो कि भी जोड़े गरीब लोग भी अगर अच्छे लीडर है तो वह भी इलेक्शन लड़ सकन, ये नहीं कि सिर्फ पैसे वाले ही लड़ सकन।
ਟੈਲੀਵਿਜ਼ਨ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ, ਨੇਤਾਵਾਂ ਵਿੱਚ ਸੇਵਾ ਭਾਵਨਾ ਹੋਣੀ ਚਾਹੀਦੀ ਹੈ, ਮਤਲਬ ਪ੍ਰਸਤੀ ਨਹੀਂ ਹੋਣੀ ਚਾਹੀਦੀ। ਅਸੀਂ ਹੁਣ ਦੇਖਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਲਾਸਟ ਇਲੈਕਸ਼ਨ ਦੀ ਗੱਲ ਕਰੀਏ ਅਗਰ 17ਵੇਂ ਇਲੈਕਸ਼ਨ ਦੇ ਵਿੱਚ, ਤਾਂ ਇਸ ਦੇ ਵਿੱਚ ਤਕਰੀਬਨ 43% ਜਿਹੜੇ ਜਨਰਲ ਇਲੈਕਸ਼ਨ 'ਚ ਜਿੱਤ ਕੇ ਆਏ ਨੇ ਸਾਡੇ ਲੀਡਰਸ, ਇਹ ਕ੍ਰਿਮੀਨਲ ਬੈਕਗਰਾਊਂਡ ਨਾਲ ਸੰਬੰਧਿਤ ਹੈਗੇ। ਅਤੇ ਜਿਹੜੇ ਕ੍ਰਿਮੀਨਲ ਬੈਕਗਰਾਊਂਡ ਨਾਲ ਸੰਬੰਧਿਤ ਲੋਕ ਹੈਗੇ ਉਹਨਾਂ 'ਚ ਸੇਵਾ ਭਾਵਨਾ ਦੀ ਗੱਲ ਤਾਂ ਘੱਟ ਹੀ ਹੋਏਗੀ, ਉਹ ਆਪਣੀ ਸੇਵਾ ਦੀ ਗੱਲ ਜ਼ਿਆਦਾ ਉਹਨਾਂ 'ਚ ਹੋਏਗੀ। ਅਤੇ ਇਹ ਲੋਕਾਂ ਦੀ ਸੇਵਾ ਨਹੀਂ ਕਰਨਗੇ, ਸਗੋਂ ਇਹ ਲੋਕਾਂ ਨੂੰ ਲੁੱਟ ਕੇ ਖਾਣ ਵਾਲੇ ਹੋਣਗੇ। ਅਤੇ ਇੱਦਾਂ ਦੇ ਸਾਨੂੰ ਸੇਵਾ ਭਾਵਨਾ ਵਾਲੇ ਨੇਤਾਵਾਂ ਦੀ ਲੋੜ ਹੈ। ਉਸ ਤੋਂ ਬਾਅਦ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਦੀ आवश्यकता ਹੈ, ਸਥਾਨਕ ਸ਼ਹਿਰੀ ਸੰਸਥਾਵਾਂ ਨੂੰ ਵੀ ਮਜ਼ਬੂਤ ਕਰਨ ਦੀ ਲੋੜ ਹੈ। ਅਤੇ ਪੈਸੇ ਦੀ ਰਾਜਨੀਤੀ 'ਤੇ ਰੋਕ ਹੋਣੀ ਚਾਹੀਦੀ। ਜਿਹੜੇ ਲੋਕ ਪੈਸੇ ਸ਼ਰਾਬ ਵੰਡ ਕੇ ਪੈਸੇ ਵੰਡ ਕੇ ਇਲੈਕਸ਼ਨ ਜਿੱਤਦੇ, ਇਸ ਤਰ੍ਹਾਂ ਦੇ ਕੰਮ 'ਤੇ ਰੋਕ ਹੋਣੀ ਚਾਹੀਦੀ ਹੈ। ਸੁਤੰਤਰ ਅਤੇ ਇਮਾਨਦਾਰ ਨਿਆਂਪਾਲਿਕਾ ਹੋਣੀ ਚਾਹੀਦੀ ਹੈ। ਇਮਾਨਦਾਰੀ ਅਤੇ ਸੁਤੰਤਰਤਾ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਣੀ ਚਾਹੀਦੀ, ਖਾਸ ਕਰਕੇ ਨਿਆਂਪਾਲਿਕਾ ਦੇ ਮੈਟਰ 'ਚ। ਘੱਟ ਗਿਣਤੀ ਦੇ ਲੋਕਾਂ ਨੂੰ ਅਨੁਪਾਤਕ ਪ੍ਰਤੀਨਿਧਤਾ ਮਿਲਣੀ ਚਾਹੀਦੀ। ਅਨੁਪਾਤਕ ਪ੍ਰਤੀਨਿਧਤਾ ਦਾ ਮਤਲਬ ਇਹ ਹੈ ਕਿ ਵੀ ਘੱਟੋ ਘੱਟ ਉਹਨਾਂ ਨੂੰ ਆਪਣੇ ਅਨੁਪਾਤ ਦੇ ਵਿੱਚ ਲੋਕ ਸਭਾ 'ਚ, ਸੰਸਦ ਦੇ ਵਿੱਚ ਜਾਂ ਫਿਰ ਲੈਜਿਸਲੇਟਿਵ ਅਸੈਂਬਲੀਜ਼ ਦੇ ਵਿੱਚ ਹਿੱਸਾ ਹੋ। ਉਸ ਤੋਂ ਬਾਅਦ ਇਸ ਦੇ ਨਾਲ ਇਹ ਹੋਏਗਾ ਕਿ ਉਹਨਾਂ ਦੇ ਵਿੱਚ ਵੀ ਇੱਕ ਆਤਮ ਵਿਸ਼ਵਾਸ ਪੈਦਾ ਹੋਏਗਾ। ਹਰ ਇੱਕ ਵਰਗ ਦੇ ਹਿੱਤਾਂ ਦੀ ਰਾਖੀ ਹੋਣੀ ਚਾਹੀਦੀ ਹੈ। ਛੂਆਛਾਤ ਦਾ ਖਾਤਮਾ ਹੋਣਾ ਚਾਹੀਦਾ। ਕੋਈ ਵੀ ਇਸ ਤਰ੍ਹਾਂ ਦਾ ਭੇਦਭਾਵ ਕਰਦਾ ਤੇ ਉੱਤੇ ਸਟ੍ਰਿਕਟ ਐਕਸ਼ਨ ਹੋਣੀ ਚਾਹੀਦੀ। ਜਾਤੀ ਭੇਦਭਾਵ ਦਾ ਖਾਤਮਾ ਹੋਣਾ ਚਾਹੀਦਾ। ਇਹ ਸੀਗੇ ਸਾਡੇ ਕਿ ਵੀ ਅਸੀਂ ਕੀ ਕੰਮ ਕਰ ਸਕਦੇ ਹਾਂ ਅਤੇ ਕਿਵੇਂ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ। ਹੁਣ ਆਨੇ ਭਾਰਤੀ ਲੋਕਤੰਤਰ ਦੇ ਭਵਿੱਖ ਦੀ ਗੱਲ ਕਰਦੇ, ਕਿਸ ਤਰ੍ਹਾਂ ਦਾ ਭਵਿੱਖ ਹੋਏਗਾ। ਹੁਣ ਦੇਖੋ, ਆਜ਼ਾਦੀ ਤੋਂ ਬਾਅਦ ਅਸੀਂ ਸਾਡੇ ਦੇਸ਼ 'ਚ ਜਿਹੜਾ ਹੈ ਲੋਕਤੰਤਰ ਪ੍ਰਣਾਲੀ ਕਾਇਮ ਹੈ, ਲੇਕਿਨ ਕਦੇ ਵੀ ਇਹ ਨਹੀਂ ਹੋਇਆ ਕਿ ਕਿਸੇ ਸੈਨਿਕ ਪ੍ਰਣਾਲੀ ਇੱਥੇ ਆਈ ਜਾਂ ਕੂਪ ਹੋਇਆ ਹੈ, ਤਖਤਾ ਪਲਟ ਹੋਇਆ ਹੈ। ਅਗਰ ਸਾਡੇ ਦੇਸ਼ ਦੇ ਪੜੋਸੀ ਦੇਸ਼ਾਂ ਦੀ ਗੱਲ ਕਰਦੇ, ਖਾਸ ਕਰਕੇ ਬੰਗਲਾਦੇਸ਼, ਪਾਕਿਸਤਾਨ ਦੀ ਗੱਲ ਕਰਦੇ, ਅਤੇ ਇੱਥੇ ਇਸ ਤਰ੍ਹਾਂ ਦੀ ਪ੍ਰੋਬਲਮ ਬੜੀ ਆਈ ਹੈ, ਜਿੱਥੇ ਕਿ ਸੈਨਿਕ ਤਾਨਾਸ਼ਾਹੀ ਆਈ, ਉੱਦਾਂ ਵੀ ਤਾਨਾਸ਼ਾਹੀ ਆਈ। ਪਰ ਸਾਡੇ ਦੇਸ਼ ਦੇ ਵਿੱਚ ਇੱਕ ਵਾਰੀ ਜਿਹੜੀ 1975 ਦੇ ਵਿੱਚ ਤਾਨਾਸ਼ਾਹੀ ਆਈ ਸੀ ਕੁਛ ਚਿਰਾਂ ਲਈ, ਉਸ ਤੋਂ ਬਾਅਦ ਕਦੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ। ਪਰ ਉਹ ਵੀ ਲੋਕਤੰਤਰ ਵਿੱਚ ਹੀ ਸੀਗਾ, ਸੰਸਦੀ ਪ੍ਰਣਾਲੀ ਦੇ ਅਧੀਨ ਹੀ ਸੀਗਾ, ਕੋਈ ਹੋਰ ਪ੍ਰਣਾਲੀ ਨਹੀਂ ਆਈ। ਅਤੇ 17ਵਾਂ ਆਮ ਚੋਣਾਂ ਹੁਣ ਤੱਕ ਅਸੀਂ ਸਫਲਤਾਪੂਰਵਕ ਕਰਵਾ ਚੁੱਕੇ ਹਾਂ। ਆਜ਼ਾਦੀ ਵੇਲੇ ਪੱਛਮੀ ਦੇਸ਼ਾਂ ਦੁਆਰਾ ਭਾਰਤ ਦੇ ਲੋਕਤੰਤਰ ਦੇ ਭਵਿੱਖ ਨੂੰ ਲੈ ਕੇ ਬਹੁਤ ਸ਼ੱਕ ਪ੍ਰਗਟ ਕੀਤਾ ਗਿਆ ਸੀਗਾ ਕਿ ਵੀ ਇਹ ਟਿਕ ਨਹੀਂ ਪਾਉਣਗੇ, ਹੋ ਨਹੀਂ ਸਕੇਗਾ। ਪਰ ਇਸ ਤਰ੍ਹਾਂ ਨਹੀਂ ਹੋਇਆ। ਸਾਡਾ ਲੋਕਤੰਤਰ ਹਜੇ ਵੀ ਵਧੀਆ ਤਰੀਕੇ ਨਾਲ ਕੰਮ ਕਰਦਾ ਪਿਆ। ਜਿਵੇਂ ਕਿ ਮੈਂ ਪਹਿਲੇ ਐਗਜ਼ਾਮਪਲ ਦੇ ਚੁੱਕਾ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵਿੱਚ ਭਾਵੇਂ ਸਰਕਾਰਾਂ ਬਦਲ ਰਹੀਆਂ, ਪਰ ਮਿਲਟਰੀ ਸ਼ਾਸਨ ਵੀ ਉੱਥੇ ਆਇਆ, ਪਰ ਸਾਡੇ ਦੇਸ਼ 'ਚ ਇੰਝ ਨਹੀਂ ਹੋਇਆ। ਭਾਰਤੀ ਲੋਕਾਂ ਨੇ ਸੰਵਿਧਾਨਕ ਤਰੀਕਿਆਂ ਵਿੱਚ ਹੀ ਵਿਸ਼ਵਾਸ ਰੱਖਿਆ ਹੈ। ਜੇ ਇੱਕ ਵਾਰੀ ਤਾਨਾਸ਼ਾਹੀ ਆਈ ਵੀ ਸੀਗੀ, ਸੰਵਿਧਾਨਕ ਰੂਪ ਦੇ ਵਿੱਚ ਵੀ ਹੀ ਆਈ ਸੀਗੀ, ਲੇਕਿਨ ਉਸ ਨੂੰ ਵੀ ਅਸੀਂ ਬਰਦਾਸ਼ਤ ਨਹੀਂ ਕੀਤਾ ਔਰ 1977 ਦੇ ਇਲੈਕਸ਼ਨ ਦੇ ਵਿੱਚ ਉਸ ਨੂੰ ਬਦਲ ਦਿੱਤਾ ਗਿਆ। ਠੀਕ ਹੈ, ਅਤੇ ਪਰ ਫਿਰ ਵੀ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ, ਅਤੇ ਭਾਰਤੀ ਲੋਕਤੰਤਰ ਦੇ ਭਵਿੱਖ ਫਿਰ ਵੀ ਉਜਵਲ ਹੈ। ਰੀਜ਼ਨ ਹੈ ਕਿ ਵੀ ਭਾਰਤੀ ਲੋਕਾਂ ਦਾ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੈ। 70 ਸਾਲ ਤੋਂ ਜ਼ਿਆਦਾ ਵੱਧ ਹੋ ਗਿਆ, ਪਰ ਅਸੀਂ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਵੀ ਵਿਸ਼ਵਾਸ ਰੱਖ ਰਹੇ। ਕੋਈ ਬਦਲਾਅ ਚਾਹੁੰਦੇ ਹਾਂ ਅਸੀਂ, ਉਹਦੇ ਲਈ ਅਸੀਂ ਵੋਟ ਪਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਭਾਰਤ ਵਿੱਚ ਲੋਕਤੰਤਰ ਦਾ ਪੁਰਾਣਾ ਇਤਿਹਾਸ ਹੈ, 1919, 1935, ਫਿਰ ਇੰਨੇ ਸਾਲਾਂ ਤੋਂ ਹੁਣ ਇਹ ਚੱਲਦਾ ਆ ਰਿਹਾ। ਅਤੇ ਭਾਰਤੀ ਤਾਨਾਸ਼ਾਹੀ ਦਾ ਸਰਕਾਰ ਨਾਲ ਨਫ਼ਰਤ ਕਰਦੀ ਹੈ। ਇਹ ਅਸੀਂ ਵਿਖਾਇਆ 1975 ਦੇ ਵਿੱਚ, ਜਦੋਂ ਇੱਥੇ ਐਮਰਜੈਂਸੀ ਲਾਗੂ ਕੀਤੀ ਗਈ ਸੀ, ਅਤੇ ਸਾਨੂੰ ਉਸ ਤਰ੍ਹਾਂ ਦੀ ਸਰਕਾਰਾਂ ਪਸੰਦ ਨਹੀਂ ਹੈਗੀਆਂ। ਅੱਗੇ ਆਉਂਦੇ ਸੰਵਿਧਾਨਕ ਤਰੀਕਿਆਂ ਵਿੱਚ ਵਿਸ਼ਵਾਸ ਹੈ ਸਾਡਾ। ਵਫਾਦਾਰ ਹਥਿਆਰਬੰਦ ਸੇਵਾਵਾਂ, ਸੈਨਿਕ ਸੇਵਾ ਸਾਡੇ ਕੋਲ ਹੈ। ਸਾਡੇ ਸੈਨਿਕ ਨੇ ਕੋਈ ਤਖਤਾ ਪਲਟ ਦੀ ਕਦੇ ਕੋਸ਼ਿਸ਼ ਨਹੀਂ ਕੀਤੀ, ਜਿਵੇਂ ਕਿ ਸਾਡੇ ਗੁਆਂਢੀ ਦੇਸ਼ਾਂ 'ਚ ਹੋਇਆ ਹੈ। ਉਸ ਤੋਂ ਇਲਾਵਾ ਵਿੱਦਿਆ ਦਾ ਪ੍ਰਸਾਰ ਹੋਇਆ। ਸਾਡੇ ਹੁਣ ਔਰਤਾਂ ਮਰਦਾਂ ਦੇ ਅਨੁਪਾਤ ਦੇ ਵਿੱਚ ਅਗਰ ਪਿਛਲੇ 20-30 ਸਾਲਾਂ ਦੀ ਗੱਲ ਕਰੀਏ ਤਾਂ ਉਹਦੇ ਮੁਕਾਬਲੇ ਬਹੁਤ ਬਦਲਾਅ ਆਇਆ। ਹੁਣ ਸਾਡੇ ਦੇਸ਼ ਦੇ ਵਿੱਚ ਤਕਰੀਬਨ 75 ਤੋਂ 80% ਲੋਕ ਜਿਹੜੇ ਪੜ੍ਹੇ ਲਿਖੇ ਲੋਕ ਹੈਗੇ, ਔਰ ਉਮੀਦ ਹੈ ਕਿ ਵੀ ਅਸੀਂ ਜਲਦ ਹੀ ਇਸ ਨੂੰ 90% ਕਰਾਂਗੇ ਔਰ 100% 'ਤੇ ਲੈ ਕੇ ਜਾਵਾਂਗੇ, ਜਿਸ ਦੇ ਕਾਰਨ ਜਿਹੜੇ ਪੜ੍ਹੇ ਲਿਖੇ ਲੋਕ ਹੈਗੇ ਉਹ ਸ਼ਾਂਤਮਈ ਤਰੀਕੇ, ਸੰਵਿਧਾਨਕ ਤਰੀਕੇ 'ਚ ਵਿਸ਼ਵਾਸ ਰੱਖਦੇ, ਅਤੇ ਇਸ ਤਰੀਕੇ ਨਾਲ ਸਾਡੇ ਦੇਸ਼ ਵਿੱਚ ਲੋਕਤੰਤਰ ਪ੍ਰਣਾਲੀ ਨੂੰ ਕੋਈ ਖਤਰਾ ਨਹੀਂ, ਲੋਕਤੰਤਰ ਨੂੰ ਕੋਈ ਖਤਰਾ ਨਹੀਂ ਹੈ। ਚੋਣਾਂ ਵਿੱਚ ਵੱਧਦੀ ਭਾਗੀਦਾਰੀ, ਅਗਰ ਵੋਟ ਪਾਉਣ ਦੀ ਗੱਲ ਕਰੀਏ, ਇਲੈਕਸ਼ਨ ਲੜਨ ਦੀ ਗੱਲ ਕਰੀਏ, ਤਾਂ ਪਹਿਲੇ ਦੇ ਮੁਕਾਬਲੇ 'ਚ ਕਾਫੀ ਵਾਧਾ ਹੈ। ਕਦੇ ਇਸ ਤਰ੍ਹਾਂ ਦਾ ਵੀ ਟਾਈਮ ਸੀਗਾ ਕਿ 45-50% ਲੋਕ ਪਾ ਰਹੇ ਵੋਟਾਂ 'ਚ ਪਾਰਟੀਸਪੇਟ ਕਰਦੇ ਸੀਗੇ, ਹੁਣ 70-75% ਲੋਕ ਹਿੱਸਾ ਪਾ ਰਹੇ ਨੇ। ਇਸ ਤੋਂ ਨਾਲ ਹਰ ਵਰਗ ਦੇ ਲੋਕ ਹੁਣ ਇਲੈਕਸ਼ਨ ਲੜਦੇ ਨੇ। ਜਿਹੜੇ ਗਰੀਬ ਲੋਕ ਵੀ ਹੈ, ਜਿਹਨੂੰ ਲੱਗਦਾ ਹੈ ਕਿ ਵੀ ਨਾਇਨਸਾਫੀ ਉਹਨਾਂ ਨਾਲ ਹੋ ਰਹੀ, ਤਾਂ ਉਹ ਇਲੈਕਸ਼ਨ 'ਚ ਹਿੱਸਾ ਪਾਉਂਦੇ ਨੇ।
और उस तो इलावा वोटां के अधिकार का सूझ-बूझ नाल प्रयोग। अब हुण मैक्सिमम जनता जिहड़ी है वो वोटां के अधिकार का बड़ी सूझ-बूझ तरीके नाल इस्तेमाल करती है। तो भावें कुछ हद तक है हजे प्रॉब्लम कि भी किस तरीके नाल जात के धर्म के नाम पर वोट पाउण दा, पर स्टिल लोग समझदार हो रहे हैं, एजुकेशन वधदा जा रहा है। तो उम्मीद है कि भी ये भी वधिया होएगा, अगे लोग सूझ-बूझ नाल वोट पाउणगे। हुण असीं अगे गल करते हैं कि भी इन सारी चीज़ों पढ़न पिछों असीं कह सकते हैं कि लोकतंत्र का भविख काफ़ी वधिया है, पर सानूं इसदी सफलता लई जिहड़ी चुनौतियां उस तो नजिठना पैना। और जिहड़ी मेन चुनौतियां हैं गरीबी, अनपढ़ता, अज्ञानता, बेरोजगारी, असहनशीलता, जातिवाद, छूत छात, संप्रदायिकतावाद, भ्रष्टाचार, समाजिक ते आर्थिक समानतावां, इन्हां नूं खत्म करना पेगा। इन्हां नूं खत्म करके पीसफुल वे यूनाइटेड होकर इकट्ठे असीं रहांगे, हथ एक दूसरे के हथ नाल हथ फड़ के चलांगे, अगे वधांगे। तरक्की यूनिटी नाल ही आती है। तो फिर असी इस चीज़ नूं अपने लोकतंत्र नूं कामयाब बना सकांगे। और जिहड़े भी इस वेले सोशियो इकनोमिक फैक्टर साडे देश के डेमोक्रेसी नूं प्रभावित कर रही है, इस तो असी लड़ पावांगे। तो दोस्तों ये सी अज दा चैप्टर, राइट। तो हुण उम्मीद है कि तुहानूं वीडियो वधिया लगेगा। मैं एक बेनती करांगा तुहाडे सारिਆਂ तो कि भी तुसीं पैन कॉपी लैके जरूर लिखो इस चीज़ नूं, हर एक स्लाइड नूं प्रॉपरली देखो, स्टॉप करके उस तो पॉइंट्स लिखो, तो उसनूं समझो, तो अपने शब्दों च अपने कॉपीज़ च नोट करो, ताकि तुसीं इस चैप्टर नूं प्रॉपर वे च एक्सप्लेन कर सको। मैं दोस्तों तुहानूं हर बारी कहना वा कि जो तुसीं लिखोगे किसी चीज़ नूं, आपां लिखते हैं नाल पढ़ते हैं नाल सुनते उस गल नूं, तो असीं वो ज़्यादा देर तक रिटेन करते हैं, तो रिकॉल करना बड़ा आसान होंदा है, राइट। तो उम्मीद है इस चीज़ को फॉलो करोगे तुसीं। उम्मीद है कि तुहानूं वीडियो पसंद आएगी। तो बेस्ट विशिज इहदियां जिहड़ियां चुनौतियां ते मैं वीडियो छोटी छोटी वीडियोज़ होर लैके आवांगा। तो अज दे लिए बस इन्ना। टेक केयर, गुड बाय, गॉड ब्लैस यू, थैंक यू।